ਅੱਜ ਤੁਸਾਂ ਦੇ ਸਾਹਮਣੇ ਇੱਕ ਅੱਖਰ ਪੰਜਾਬੀ ਦੇ ਜਿਹੜਾ ਉਸ ਬਾਰੇ ਗੱਲ ਕਰਨੀ ਹੈ। ਪਿਛਲੇ ਦਿਨਾਂ ਫੇਸਬੁੱਕ ਦੇ ਉੱਤੇ ਮੈਂ ਇੱਕ ਆਪਣਾ ਮਾਈਆ ਲਾਇਆ ਸੀ, ਜਿਹਦੇ ਵਿੱਚ ਅੱਖਰ ਆਉਂਦਾ ਸੀ ਐਵੇਂ ਐਵੇਂ ਦਾ ਅੱਖਰ ਆਉਂਦਾ ਸੀ, ਕੋਈ ਐਵੇਂ ਨਹੀਂ ਰੋਣਾ ਹੈ, ਕੋਈ ਐਵੇਂ ਨਹੀਂ ਰੋਣਾ ਵੇ, ਜਿੱਥੇ ਅੱਗ ਲੱਗਣੀ ਵੇ ਉੱਥੇ ਸੇਕ ਵੀ ਆਉਣਾ ਵੇ। ਅਹਿਮਦ ਲਤੀਫ ਸਾਹਿਬ ਹੋਰਾਂ ਇਸ ਅੱਖਰ ਨੇ ਉੱਤੇ ਇਤਰਾਜ਼ ਕੀਤਾ ਕਿ ਐਵੇਂ ਇਸ ਤਰ੍ਹਾਂ ਨਹੀਂ ਲਿਖੀਦਾ ਜਿਸ ਤਰ੍ਹਾਂ ਤੁਸੀਂ ਲਿਖਿਆ ਅਲਫ ਯੇ ਵਾ ਯੇ ਨੂਨ ਗੁਨਾ ਦੇ ਨਾਲ ਨਹੀਂ ਲਿਖੀਦਾ ਐਵੇਂ। ਹੋ ਸਕਦਾ ਅਹਿਮਦ ਲਤੀਫ ਸਾਹਿਬ ਉਹ ਦਰੁਸਤ ਕਹਿ ਰਹੇ ਹੋਣ, ਮੈਂ ਜ਼ਿਆਦਾ ਬਹਿਸ 'ਚ ਨਹੀਂ ਜਾਂਦਾ, ਮਗਰ ਮੈਂ ਬਚਪਨ ਤੋਂ ਜੋ ਕੁਝ ਪੜ੍ਹਦਾ ਆਇਆ ਉਹਦੇ ਵਿੱਚ ਐਵੇਂ ਇਸੇ ਤਰ੍ਹਾਂ ਲਿਖਿਆ ਜਾਂਦਾ ਹੈ ਜਿਸ ਤਰ੍ਹਾਂ ਮੈਂ ਲਿਖਿਆ ਸੀ। ਉਹਦੀ ਵਜ੍ਹਾ ਹੈ ਕਿ ਮੇਰੇ ਸਾਹਮਣੇ ਕੁਝ ਮਿਸਾਲਾਂ ਮੌਜੂਦ ਸਨ ਅਤੇ ਮੈਂ ਬਚਪਨ 'ਚੋਂ ਜਿਹੜਾ ਪੰਜਾਬੀ ਲਿਟਰੇਚਰ 10-12 ਸਾਲ ਦੀ ਉਮਰ ਸਾਡੇ ਘਰ ਦੇ ਵਿੱਚ ਮੀਆਂ ਮੁਹੰਮਦ ਬਖਸ਼ ਨੂੰ ਪੜ੍ਹਿਆ ਜਾਂਦਾ ਸੀ, ਇਸ ਤੋਂ ਇਲਾਵਾ ਬਾਹੂ ਨੂੰ ਪੜ੍ਹਿਆ ਜਾਂਦਾ ਸੀ, ਔਰ ਹੋਰ ਕਿਤਾਬਾਂ ਵੀ ਬਹੁਤ ਸਾਰੀਆਂ ਪੜ੍ਹੀਆਂ ਜਾਂਦੀਆਂ ਸਨ। ਉੱਥੇ ਐਵੇਂ ਹੀ ਪੜ੍ਹਿਆ ਸੀ। ਇਸ ਤੋਂ ਬਾਅਦ ਮੈਂ ਕਿਤਾਬਾਂ ਦੇ ਵਿੱਚ ਵੀ ਜ਼ਿਆਦਾਤਰ ਐਵੇਂ ਹੀ ਪੜ੍ਹਿਆ, ਈਵਨ ਡਿਕਸ਼ਨਰੀਆਂ ਦੇ ਵਿੱਚ ਵੀ ਐਵੇਂ ਹੀ ਪੜ੍ਹਿਆ, ਜਿਸ ਦੀ ਵਜ੍ਹਾ ਨਾਲ ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਸੀ ਕਿ ਐਵੇਂ ਉਸ ਤਰ੍ਹਾਂ ਲਿਖੀ ਦੇ। ਅਹਿਮਦ ਲਤੀਫ ਸਾਹਿਬ ਹੋਰਾਂ ਕਿਹਾ ਕਿ ਸ਼ਾਹ ਹੁਸੈਨ ਦੀ ਜਿਹੜੀ ਜਿਸ ਤਰ੍ਹਾਂ ਸ਼ਾਹ ਹੁਸੈਨ ਲਿਖਦੇ ਸਨ ਉਸ ਤਰ੍ਹਾਂ ਸਾਨੂੰ ਪੰਜਾਬੀ ਲਿਖਣੀ ਚਾਹੀਦੀ ਹੈ, ਔਰ ਪੂਰੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਾਹ ਹੁਸੈਨ ਸਾਹਿਬ ਹੋਰਾਂ ਦਾ ਜਿਹੜਾ ਪੰਜਾਬੀ ਲਿਖਣ ਦਾ ਅੰਦਾਜ਼ ਹੈ, ਜਿਸ ਤਰ੍ਹਾਂ ਉਹਨਾਂ ਲਿਖਿਆ, ਜਿਹੜਾ ਲਹਿਜਾ ਉਸ ਤਕਰੀਬਨ ਤਮਾਮ ਪੰਜਾਬ ਦੀ ਜਿਹੜੀ ਵੀ ਜਗ੍ਹਾ ਹੈ ਉਹਦੀ ਜ਼ਰੂਰਤਾਂ ਉਹ ਪੂਰੀਆਂ ਕਰਦਾ। ਮਗਰ ਇਹਦੇ ਵਾਸਤੇ ਬਹੁਤ ਜ਼ਿਆਦਾ ਅਦਾਰਿਆਂ ਦੀ ਜ਼ਰੂਰਤ ਹੈ। ਅਸੀਂ ਇਹਦੇ ਉੱਤੇ ਮੈਂ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿ ਅਗਰ ਅਹਿਮਦ ਲਤੀਫ ਸਾਹਿਬ ਕਰਨਾ ਚਾਹੁੰਦੇ ਸਾਨੂੰ ਖੁਸ਼ੀ ਹੋਏਗੀ, ਮਗਰ ਉਹ ਕਿਸੇ ਦੇ ਉੱਤੇ ਸ਼ਾਇਦ ਕੋਈ ਵੀ ਇਹ ਗੱਲ ਜ਼ੋਰ ਨਹੀਂ ਦੇ ਸਕਦਾ ਕਿ ਤੁਸੀਂ ਇਸ ਤਰ੍ਹਾਂ ਲਿਖੋ ਔਰ ਇਸ ਤਰ੍ਹਾਂ ਨਾ ਲਿਖੋ। ਐਵੇਂ ਦਾ ਮਤਲਬ ਉਸ ਤਰ੍ਹਾਂ ਪੂਰੀ ਤਰ੍ਹਾਂ ਅਦਾ ਹੋ ਰਿਹਾ। ਮਜ਼ਹਰ ਤ੍ਰਿਮਜ਼ੀ ਸਾਹਿਬ ਹੋਰੀ ਸਾਡੇ ਇੱਕ ਬਹੁਤ ਹੀ ਅੱਛੇ ਪੰਜਾਬੀ ਦੇ ਸ਼ਾਇਰ ਨੂੰ, ਉਹਨਾਂ ਦੀ ਕਿਤਾਬ ਸੀ ਕਾਇਆ ਕਾਗਦ, ਜਿਹੜੀ ਬਹੁਤ ਪਹਿਲੇ ਆਈ ਸੀ। ਉਹਦੇ ਵਿੱਚ ਉਹਨਾਂ ਦਾ ਇੱਕ ਸ਼ੇਅਰ ਹੈ ਕਿ ਜੰਗਲੀ ਕਬੂਤਰ ਉਹਨਾਂ ਦੀ ਨਜ਼ਮ ਹੈ ਕਾਇਆ ਕਾਗਦ ਦੇ ਵਿੱਚ, ਔਰ ਉਹਦੇ ਜੰਗਲੀ ਕਬੂਤਰ ਦੀ ਵਿੱਚ ਦੀ ਇੱਕ ਲਾਈਨ ਨਜ਼ਮ ਦੀ, ਜਿਹਦੇ ਵਿੱਚ ਕਹਿੰਦੇ ਨੇ ਕਿ ਈ ਬਹਿੰਦੇ ਅੰਬਰਾਂ ਦੀ ਨੀਲੀ ਛਤਰੀ 'ਤੇ, ਈ ਬਹਿੰਦੇ ਅੰਬਰਾਂ ਦੀ ਨੀਲੀ ਛਤਰੀ 'ਤੇ, ਇਹ ਐਵੇਂ ਹੱਥ ਆਉਂਦੇ ਨੇ ਨਹੀਂ, ਇਹ ਬਹਿੰਦੇ ਅੰਬਰਾਂ ਦੀ ਨੀਲੀ ਛਤਰੀ 'ਤੇ, ਇਹ ਐਵੇਂ ਹੱਥ ਆਉਂਦੇ ਨਹੀਂ। ਉੱਥੇ ਉਹਨਾਂ ਜਿਹੜੇ ਐਵੇਂ ਲਿਖਿਆ ਉਹ ਅਲਫ ਯੇ ਵਾ ਯੇ ਔਰ ਨੂਨ ਉਹਨਾਂ ਨਾਲ ਹੀ ਉਹਨਾਂ ਲਿਖਿਆ ਜਿਸ ਤਰ੍ਹਾਂ ਮੈਂ ਲਿਖਿਆ ਸੀ। ਇਸ ਤੋਂ ਬਾਅਦ ਜਦੋਂ ਅਸੀਂ ਅੱਗੇ ਜਾਂਦੇ ਹਾਂ ਤਾਂ ਨਜਮ ਹੁਸੈਨ ਸਈਦ ਸਾਹਿਬ ਉਹਨਾਂ ਦੀ ਕਿਤਾਬ ਹੈ ਹਾੜ ਦੇ ਫੁੱਲ। ਹਾੜ ਦੇ ਫੁੱਲ ਦੇ ਵਿੱਚ ਉਹਨਾਂ ਦੀ ਨਜ਼ਮ ਦੇ ਦੌਰਾਨ ਜਿਹੜੀ ਲੈਣ ਆਉਂਦੀ ਉਹਦੇ ਵਿੱਚ ਭੋਲਾ ਕਹਿੰਦਾ, ਭੋਲਾ ਮੈਂ ਤੈਨੂੰ ਤਾਂ ਨਹੀਂ ਆਖਿਆ, ਬੇਬੇ ਨੂੰ ਆਪਣੀ ਮੁਖਾਤਬ ਕਰਕੇ ਕਹਿੰਦਾ, ਮੈਂ ਤੈਨੂੰ ਤਾਂ ਨਹੀਂ ਆਖਿਆ ਬੇਬੇ ਐਵੇਂ ਨਾ ਮੇਰਾ ਜਲਸਾ ਖਰਾਬ ਕਰ। ਇੱਥੇ ਨਜਮ ਹੁਸੈਨ ਸਈਦ ਸਾਹਿਬ ਹੋਰਾਂ ਦੀ ਕਿਤਾਬ 'ਚ ਐਵੇਂ ਇਸੇ ਤਰ੍ਹਾਂ ਲਿਖਿਆ ਅਲਫ ਯੇ ਵਾ ਯੇ ਨੂਨ ਗੁਨਾ। ਥੋੜ੍ਹਾ ਅੱਗੇ ਅਸੀਂ ਚੱਲੀਏ, ਨਸਰੀਨ ਅੰਜਮ ਭੱਟੀ ਸਾਹਿਬ ਬਹੁਤ ਵੱਡਾ ਇੱਕ ਨਾਮ ਹੈ, ਮੈਨੂੰ ਦੱਸਣ ਦੀ ਲੋੜ ਨਹੀਂ, ਸਾਰੇ ਜਾਣਦੇ। ਉਹਨਾਂ ਦੀ ਕਿਤਾਬ ਆਈ ਸੀ ਅੱਠੇ ਪੈਰ ਤਰਾ, ਬੜੀ ਮਸ਼ਹੂਰ ਕਿਤਾਬ ਹੈ। ਅੱਠੇ ਪੈਰ ਤਰਾ ਦੇ ਸਫਾ ਨੰਬਰ 20 ਦੇ ਉੱਤੇ 18ਵੀਂ ਸਤਰ ਇੱਕ ਨਜ਼ਮ ਹੈ, ਅੱਠੇ ਪੈਰ ਤਰਾ ਦੇ ਸਫਾ ਨੰਬਰ 20 ਤੇ 18ਵੀਂ ਸਤਰ ਹੈ। ਉਹਦੇ ਵਿੱਚ ਲਿਖਿਆ ਹੋਇਆ ਨਿੱਕਾ ਸਿਪਾਹੀ, ਨਹੀਂ ਜੀ ਐਵੇਂ ਤਾਪ ਜਿਹਾ ਸੀ, ਨਹੀਂ ਜੀ ਐਵੇਂ ਤਾਪ ਜਿਹਾ ਸੀ, ਲੈ ਜਾ ਸੀ ਮੁੜ। ਇੱਥੇ ਵੀ ਐਵੇਂ ਅਲਫ ਯੇ ਵਾ ਯੇ ਨੂਨ ਗੁਨਾ ਦੇ ਨਾਲ ਇਸਤੇਮਾਲ ਕੀਤਾ ਗਿਆ। ਮੈਂ ਜ਼ਿਆਦਾ ਗਲਤ ਨਹੀਂ ਕਰਨਾ ਚਾਹੁੰਦਾ ਸਾਂ, ਮਗਰ ਇਹ ਚਾਹੁੰਦਾ ਕਿ ਸਾਨੂੰ ਜਿਹੜੇ ਨਾ ਬਹੁਤ ਸਾਰੀ ਚੀਜ਼ਾਂ ਦੀ ਅਲੱਗ ਜ਼ਰੂਰਤ ਹੈ ਪੰਜਾਬੀ ਦੇ ਵਿੱਚ ਲਿਖਣ ਦੀ, ਤਨਕੀਦ ਕਰਨ ਦੀ। ਤਨਕੀਦ ਕਰਨ ਵਾਲੇ ਤਾਂ ਬਹੁਤ ਸਾਰੇ ਬੰਦੇ ਹੁੰਦੇ ਨੇ, ਔਰ ਤਨਕੀਦ ਤਾਮੀਰੀ ਹੋਵੇ ਤਾਂ ਫਿਰ ਵੀ ਠੀਕ ਹੈ। ਇਹ ਫੇਸਬੁੱਕ ਦੇ ਉੱਤੇ ਜਿਹੜੀ ਤਨਕੀਦ ਹੈ ਜਾਂ ਇਸ ਤਰ੍ਹਾਂ ਦੀ ਗੱਲਾਂ ਨੇ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਦੂਸਰੇ ਨੂੰ ਗਾਲਾਂ ਕੱਢ ਰਹੇ ਨੇ ਲੋਕ, ਔਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੈਨੂੰ ਅੱਛਾ ਨਹੀਂ ਲੱਗਿਆ, ਪਰ ਮੈਂ ਕੀ ਕਹਿ ਸਕਦਾ, ਹਰ ਬੰਦੇ ਦਾ ਆਪਣਾ ਹੈ ਕਿ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਉਸੇ ਕਿਉਂ ਕੀਤਾ ਇਸ ਤਰ੍ਹਾਂ। ਆਸਮਾ ਕਾਦਰੀ ਸਾਹਿਬਾ ਦੀਆਂ ਕੁਝ ਕਿਤਾਬਾਂ ਆਈਆਂ ਜਿਹੜੀ ਨਜਮ ਹੁਸੈਨ ਸਈਦ ਸਾਹਿਬ ਹੋਰਾਂ ਦੇ ਕਲਾਮ ਬਾਰੇ ਨੇ, ਔਰ ਉਹਨਾਂ ਕਲਾਮ ਨੂੰ ਜ਼ਰਾ ਸੌਖੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਆਮ ਬੰਦਾ ਜਿਹੜਾ
ਜਿਹੜੇ ਸਾਡੀ ਯੰਗ ਜਨਰੇਸ਼ਨ ਨੇ ਉਹ ਵੀ ਸਮਝ ਸਕੇ ਕਿ ਨਜਮ ਹੁਸੈਨ ਸਈਦ ਸਾਹਿਬ ਉਹਨਾਂ ਦੀ ਜਿਹੜੀ ਲਫ਼ਜ਼ਾਵਲੀ ਜਾਂ ਉਹਨਾਂ ਦਾ ਜਿਹੜਾ ਮਤਲਬ ਹੈ ਉਹ ਕੀ ਹੈ, ਜਿਹੜੇ ਔਖੇ ਲਫ਼ਜ਼ ਨੇ, ਅੱਖਰ। ਕਿਤਾਬ ਦਾ ਨਾਮ ਹੈ ਗਾ ਸੁਣਨ ਸੁਣ ਗਾਵਨ। ਇਸ ਕਿਤਾਬ ਦੇ 18ਵੇਂ ਸਫ਼ੇ ਦੇ ਉੱਤੇ ਉਹ ਲਿਖਦੇ ਨੇ, ਐਵੇਂ ਝੱਟ ਸੁਣਨ ਖਲੋ ਗਏ ਸਾਂ, ਐਵੇਂ ਝੱਟ ਸੁਣਨ ਖਲੋ ਗਏ ਸਾਂ, ਇਹਨਾਂ ਦੀ ਗੱਲ ਐਵੇਂ ਝੱਟ ਸੁਣਨ ਖਲੋ ਗਏ ਸਾਂ, ਇਹਨਾਂ ਦੀ ਗੱਲ ਤਾਂ ਮੁੱਕਣ ਵਿੱਚ ਹੀ ਨਹੀਂ ਆਉਂਦੀ। ਇੱਥੇ ਵੀ ਐਵੇਂ ਆਸਮਾ ਕਾਦਰੀ ਔਰ ਇਸਤੇਮਾਲ ਜਿਹੜਾ ਕੀਤਾ, ਅਲਿਫ ਯੇ ਤੇ ਵਾਹ ਯੇ ਨੂੰ ਉਹਨਾਂ ਬਣਾ ਕੇ ਇਸਤੇਮਾਲ ਕੀਤਾ ਜਾਂ ਵਰਤਿਆ, ਜਿਸ ਨੂੰ ਅਸੀਂ ਕਹਿੰਦੇ ਹਾਂ। ਅੱਗੇ ਚੱਲਦੇ ਹਾਂ। ਸ਼ਰੀਫ ਕੁੰਜਾਈ ਸਾਹਿਬ ਇੱਕ ਸਾਡਾ ਬਹੁਤ ਵੱਡਾ ਨਾਮ ਹੈ। ਜਦੋਂ ਲਿਖਦੇ ਸਨ ਤੇ ਮੈਂ ਤੇ ਅੱਲਾ ਪੈਦਾ ਹੀ ਨਹੀਂ ਹੋਇਆ ਸਾਂ। ਉਸ ਤੋਂ ਬਾਅਦ ਅਸਾਂ ਇਹਨਾਂ ਬਜ਼ੁਰਗਾਂ ਕੋਲੋਂ ਜਾਂ ਇਹਨਾਂ ਦੀ ਲਿਖਤਾਂ ਵੇਖ ਵੇਖ ਕੇ ਕੁਝ ਥੋੜ੍ਹਾ ਬਹੁਤ ਲਿਖਣਾ ਸ਼ੁਰੂ ਕੀਤਾ, ਜਿਸ 'ਤੇ ਸਾਨੂੰ ਉੱਕਾ ਮਾਣ ਨਹੀਂ, ਕੱਖ ਵੀ ਅੱਲਾ ਬਹੁਤ ਕੰਮ ਕਰਨਾ ਹੈ, ਕੁਝ ਵੀ ਨਹੀਂ ਕੀਤਾ। ਉਹਨਾਂ ਦੀ ਕਿਤਾਬ ਸੀ ਜਗਰਾਤੇ, ਜਿਹੜੀ ਬੜੀ ਮਸ਼ਹੂਰ ਕਿਤਾਬ ਹੈ, ਔਰ ਉਹਦਾ ਸਫ਼ਾ 64 ਹੈ। 64 ਸਫ਼ੇ ਨੇ ਉੱਤੇ। ਉਹਨਾਂ ਦੀ ਨਜ਼ਮ ਦਾ ਵਿਚਲਾ ਹਿੱਸਾ ਮੈਂ ਤੁਹਾਡੇ ਸਾਹਮਣੇ ਪੜ੍ਹ ਰਿਹਾ। ਕਿਉਂ ਕਾਂਗ ਬਨੇਰੇ ਤੇ ਬੋਲੇ, ਕਿਉਂ ਕਾਂਗ ਬਨੇਰੇ ਤੇ ਬੋਲੇ, ਕੋਈ ਦੱਸੇ ਈ ਕੀ ਆਂਦਾ ਏ। ਕਿਉਂ ਕਾਂਗ ਬਨੇਰੇ ਤੇ ਬੋਲੇ, ਕੋਈ ਦੱਸੇ ਈ ਕੀ ਆਂਦਾ ਏ। ਕਿਉਂ ਹੋਰ ਕਿਤੇ ਨਾ ਜਾਂਦਾ ਏ, ਪਿਆ ਐਵੇਂ ਕਾਂ ਕਾਂ ਕਰਦਾ ਹੈ। ਇੱਥੇ ਪਿਆ ਐਵੇਂ ਕਾਂ ਕਾਂ ਕਰਦਾ ਦੇ ਵਿੱਚ ਵੀ ਉਹਨਾਂ ਜਿਹੜਾ ਐਵੇਂ ਦਾ ਲਫ਼ਜ਼ ਅੱਖਰ ਇਸਤੇਮਾਲ ਕੀਤਾ, ਜਿਸ ਤਰ੍ਹਾਂ ਅਸਾਂ ਲਿਖਿਆ ਉਸੀ ਤਰ੍ਹਾਂ ਉਹਨਾਂ ਇਸਤੇਮਾਲ ਕੀਤਾ। ਅਸੀਂ ਥੋੜ੍ਹੇ ਜਿਹੇ ਹੋਰ ਅੱਗੇ ਅਗਰ ਵਧੀਏ ਤਾਂ ਇੱਕ ਨਾਂ ਸਾਡੇ ਸਾਹਮਣੇ ਆਉਣਾ ਜਿਹੜੇ ਸਾਡੇ ਪੰਜਾਬੀ ਦੇ ਵੱਡੇ ਸਿਰਕੜਵੇਂ ਨਾਵਾਂ ਦੇ ਵਿੱਚ ਸ਼ੁਮਾਰ ਹੁੰਦੇ ਨੇ, ਔਰ ਉਹ ਨਾਮ ਹੈ ਤਨਵੀਰ ਬੁਖਾਰੀ। ਤਨਵੀਰ ਬੁਖਾਰੀ ਵੀ ਉਹਨਾਂ ਦੀ ਕਿਤਾਬ ਮੁਕਾਸ਼ਫਾ ਦੇ ਸਫ਼ਾ ਨੰਬਰ 11 ਦੇ ਉੱਤੇ ਜਿਹੜੀ ਨਜ਼ਮ ਹੈ, ਉਸ ਦੇ ਮੈਂ ਕੁਝ ਸ਼ੇਰ ਤੁਹਾਨੂੰ ਸੁਣਾਉਂਦਾ। ਕਿਆ ਮਜ਼ੇਦਾਰ ਰੰਗ ਹੈ ਔਰ ਕਿਆ ਸੋਹਣਾ ਜ਼ਾਹਿਰ ਇੱਕ ਵੱਡਾ ਨਾਮ ਹੈ, ਔਰ ਉਸ ਕਿਆ ਚਾਸ਼ਨੀ ਔਰ ਕਿਆ ਸ਼ਾਇਰੀ ਹੈ। ਆਈ ਹੋਸ਼ ਇਸ ਗੱਲ ਦੀ ਹੋਸ਼ ਆਈ, ਰਹਿਣਾ ਹੋਸ਼ ਦੇ ਵਿੱਚ ਅਜ਼ਾਬ ਤੇ ਹੈ। ਆਈ ਹੋਸ਼ ਇਸ ਗੱਲ ਦੀ ਹੋਸ਼ ਆਈ, ਰਹਿਣਾ ਹੋਸ਼ ਦੇ ਵਿੱਚ ਅਜ਼ਾਬ ਤੇ ਹੈ। ਚਲੋ ਆਓ ਮੁੜ ਵਗ ਕੇ ਲੰਘ ਚਲੀਏ, ਖੁੱਲ੍ਹਾ ਹੋਇਆ ਮੈਖਾਨੇ ਦਾ ਬਾਬ ਤੇ ਹੈ। ਚਲੋ ਆਓ ਮੁੜ ਵਗ ਕੇ ਲੰਘ ਚਲੀਏ, ਖੁੱਲ੍ਹਾ ਹੋਇਆ ਮੈਖਾਨੇ ਦਾ ਬਾਬ ਤੇ ਹੈ। ਸੁੱਕੇ ਪਿਆਰ ਦੇ ਮਿਹਣਿਆਂ ਨਾਲ ਐਵੇਂ ਹੋ ਗਈ ਤਵੱਕੋ ਦੀ ਅੱਖ ਗਿੱਲੀ। ਸੁੱਕੇ ਪਿਆਰ ਦੇ ਮਿਹਣਿਆਂ ਨਾਲ ਐਵੇਂ ਹੋ ਗਈ ਤਵੱਕੋ ਦੀ ਅੱਖ ਗਿੱਲੀ। ਫਿਸ ਪਿਆ ਦਿਲ ਤਨਵੀਰ, ਫਿਸ ਪਿਆ ਤਾਂ ਦਿਲ ਤਨਵੀਰ ਨਹੀਂ ਤਾਂ ਕਿ ਇਸ ਕਾਫਰ ਨੂੰ ਗਿਲਾ ਜਨਾਬ ਤੇ ਹੈ। ਇਸ ਦੇ ਵਿੱਚ ਜਿਹੜਾ ਉਹਨਾਂ ਕਿਹਾ ਕਿ ਸੁੱਕੇ ਪਿਆਰ ਦੇ ਮਿਹਣੇ ਨਾਲ ਐਵੇਂ, ਉੱਥੇ ਐਵੇਂ ਤਨਵੀਰ ਬੁਖਾਰੀ ਸਾਹਿਬ ਹੋਰਾਂ ਅਲਫ ਯੇ ਵਾਹ ਯੇ ਨੂਨ ਉਹਨਾਂ ਨਾਲ ਹੀ ਲਿਖਿਆ। ਇਸ ਗੱਲ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਤਿਮਾਹੀ ਪੰਜਾਬੀ ਅਦਬ ਇੱਕ ਪਰਚਾ ਨਿਕਲਦਾ ਹੈ ਲਾਹੌਰ ਤੋਂ, ਇੱਕ ਅਰਸਾ ਹੋ ਗਿਆ। ਮੁਹੰਮਦ ਆਸਿਫ ਖਾਨ ਜਿਉਂਦੇ ਸਨ ਤਾਂ ਦਾ ਉਦੋਂ ਸ਼ੁਰੂ ਹੋਇਆ ਸੀ, ਔਰ ਬਹੁਤ ਸੋਹਣੇ ਸਾਡੇ ਸਾਹਮਣੇ ਉਹਦੇ ਪਰਚੇ ਆਏ। ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਵੱਡੇ ਵੱਡੇ ਨਾਂ ਕੰਮ ਕਰਦੇ ਸਨ, ਉਹ ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਨੂੰ ਦੱਸਣ ਦੀ ਲੋੜ ਕੋਈ ਨਹੀਂ। ਉਹ ਰਾਜਾ ਰਸਾਲੂ ਹੋਣ, ਸਿਫਤੁਲ ਹਸਨ ਜ਼ੈਗਮ ਹੋਣ, ਜਾਂ ਹੋਰ ਜਿਹੜੇ ਉਹ ਨਾਂ ਹੋਣ ਜਿਹੜੇ ਸਾਡੇ ਸਾਹਮਣੇ ਨਹੀਂ ਰਹੇ, ਇਸ ਦੁਨੀਆ ਤੋਂ ਚਲੇ ਗਏ ਨੇ, ਉਹ ਸਾਰੇ ਇਸ ਦੇ ਵਿੱਚ ਸ਼ਾਮਿਲ ਸਨ ਉਸ ਪੀੜ੍ਹੀ ਦੇ ਵਿੱਚ। ਪਾਕਿਸਤਾਨੀ ਪੰਜਾਬੀ ਅਦਬੀ ਬੋਰਡ ਵੱਲੋਂ ਹੀ ਪਰਚਾ ਛਾਪਾ ਜਾਂਦਾ ਹੈ, ਔਰ ਇਸ ਪਰਚੇ ਦੇ ਐਡੀਟੋਰੀਅਲ ਬੋਰਡ ਦੇ ਵਿੱਚ ਕਾਜ਼ੀ ਜਾਵੇਦ ਜਿਹੇ ਬੰਦੇ ਜਿਹੜੇ ਇਸ ਮੈਗਜ਼ੀਨ ਦੇ ਵਿੱਚ ਜਦੋਂ ਇਹ ਇਕੱਠਾ ਕੀਤਾ ਗਿਆ, ਜਦੋਂ ਜੋੜਿਆ ਗਿਆ, ਉਸ ਵੇਲੇ ਤੋਂ ਉਹ ਜਿਉਂਦੇ ਸਨ। 2 ਮਹੀਨੇ ਪਹਿਲੇ ਦੀ ਗੱਲ ਹੈ। ਉਹ ਇਸ ਦੁਨੀਆ ਨੂੰ ਛੱਡ ਕੇ ਤੇ ਜਨਤਾ ਵਿੱਚ ਤੁਰ ਗਏ, ਜਨਤਵਾਸੀ ਹੋ ਗਏ। ਐਡੀਟੋਰੀਅਲ ਬੋਰਡ ਵਿੱਚ ਉਹ ਸਨ, ਅਤੇ ਉਹਨਾਂ ਦੇ ਨਾਲ ਸਈਦ ਪੁੱਠਾ ਸਾਹਿਬ ਸਨ। ਸਈਦ ਪੁੱਠਾ ਸਾਹਿਬ ਦੇ ਨਾਲ ਮੁਸ਼ਤਾਕ ਸੂਫੀ ਸਾਹਿਬ ਸਨ। ਇਹਨਾਂ ਦੋਵਾਂ ਨਾਵਾਂ ਨੂੰ ਮੇਰੇ ਖਿਆਲ 'ਚ ਪੰਜਾਬੀ ਅਦਬ ਦਾ ਕੋਈ ਬੰਦਾ ਜਿਹੜਾ ਹੈ ਅਜਿਹਾ ਨਹੀਂ ਜਿਹੜਾ ਨਾ ਜਾਣਦਾ ਹੋਵੇ। ਫਿਰ ਇਸ ਮੈਗਜ਼ੀਨ ਦੇ ਹੁਣ ਜਿਹੜੇ ਐਡੀਟਰ ਸਾਹਿਬਾਨ ਉਹ ਪਰਵੀਨ ਮਲਕ ਸਾਹਿਬਾਨ ਨੂੰ, ਜਿਹੜਾ ਬਹੁਤ ਹੀ ਪੰਜਾਬੀ ਦੇ ਵਿੱਚ ਨਸਰ ਦੇ ਵਿੱਚ ਇੱਕ ਸਿਰ ਕੱਢਵਾਂ ਨਾਮ ਹੈ। ਕਹਾਣੀ ਦਾ ਵੀ ਕਿਤਾਬ ਇਹਨਾਂ ਦੀ ਆਈ ਸੀ ਪਈ ਵਾਗੇ ਹਰੋਮ ਆਈ ਹੈ, ਉਸ ਦੇ ਵਿੱਚ ਕਹਾਣੀ ਸੀ, ਉਹਦਾ ਜ਼ਿਕਰ ਮੈਂ ਕਰ ਰਿਹਾ। ਔਰ ਉਹਦੇ ਨਾਲ ਨਾਲ ਉਹਨਾਂ ਦੀ ਹੁਣ ਪਿਛਲੇ ਧਿਆੜਾਂ 'ਚ ਸੁਜੀਵਨੀ ਆਈ ਹੈ, ਆ ਬੀਤੀ ਜਿਸ ਨੂੰ ਕਹਿੰਦੇ ਨੇ, ਹੱਡ ਬੀਤੀ, ਹੱਡ ਵਰਤੀ। ਉਸ ਦਾ ਨਾਂ ਕੱਸੀਆਂ ਦਾ ਪਾਣੀ। ਉਹ ਵੀ ਬੜੀ ਮਸ਼ਹੂਰ ਕਿਤਾਬ ਹੈ ਔਰ ਬੜੀ ਪਸੰਦ ਕੀਤੀ ਗਈ ਹੈ, ਅਤੇ ਉਹ ਇਹਦੇ ਐਡੀਟਰ ਨੂੰ। ਅੱਛਾ,
ਇਸ ਮੈਗਜ਼ੀਨ ਦੇ ਵਿੱਚ ਡਾਕਟਰ ਹਨੀਫ ਚੌਧਰੀ ਹੋਰਾਂ ਦੀਆਂ ਕੁਝ ਕਹਾਣੀਆਂ ਅਨਹੋਣੀਆਂ ਦੇ ਅਨੁਮਾਨ ਨਾਲ ਛਪੀਆਂ ਹੋਈਆਂ ਤੇ ਇਸ ਦੇ ਵਿੱਚ ਜਿਹੜੀ ਤੀਜੀ ਕਹਾਣੀ ਦਾ ਜਿਹੜਾ ਟਾਈਟਲ ਹੈ ਪਿੰਡ ਵਿੱਚ ਗੱਡੀਆਂ ਆਉਣਗੀਆਂ ਤੋਂ ਸ਼ੁਰੂ ਹੁੰਦੀ ਕਹਾਣੀ। ਤੇ ਇਹ ਕੁਝ ਇਸ ਤਰ੍ਹਾਂ ਲਿਖਦੇ ਨੇ ਕਿ ਮਾਈ ਫਾਤਾਂ ਕਦੇ ਕਦੇ ਹੀ ਆਖਿਆ ਕਰਦੀ ਸੀ ਕਿ ਆਪਣੇ ਪਿੰਡ ਵਿੱਚ ਗੱਡੀਆਂ ਆਉਣਗੀਆਂ। ਪਿੰਡ ਦੇ ਲੋਕ ਫਾਤਾਂ ਦੀ ਇਸ ਗੱਲ ਨੂੰ ਐਵੇਂ ਹੀ ਸਮਝਦੇ। ਇੱਥੇ ਵੀ ਐਵੇਂ ਅਲਫ ਇਹ ਵਾਹ ਇਹ ਨੂੰ ਉਹਨਾਂ ਨਾਲ ਹੀ ਲਿਖਿਆ ਹੋਇਆ, ਪੰਜਾਬੀ ਅਦਬੀ ਬੋਰਡ ਵਾਲਿਆਂ ਔਰ ਤਿਮਾਹੀ ਪੰਜਾਬੀ ਅਦਬ ਵਾਲਿਆਂ ਇਸ ਨੂੰ ਇੰਝ ਹੀ ਲਿਖਿਆ। ਥੋੜ੍ਹਾ ਹੋਰ ਅੱਗੇ ਅਸੀਂ ਵੱਧਦੇ ਹਾਂ ਤੇ ਸਾਡੇ ਪੰਜਾਬੀ ਅਦਬ ਦੇ ਵਿੱਚ ਇੱਕ ਬਹੁਤ ਹੀ ਸਿਰ ਕੱਢਵਾਂ ਨਾਂ ਸਵੇਰ ਨਾਂ ਨਾਲ ਪਰਚਾ ਵੀ ਕੱਢਿਆ। ਇਸ ਤੋਂ ਇਲਾਵਾ ਬਾਲਾਂ ਵਾਸਤੇ ਵੀ ਉਹਨਾਂ ਕਿਤਾਬਾਂ ਲਿਖੀਆਂ, ਕਹਾਣੀਆਂ ਵੀ ਲਿਖੀਆਂ, ਸ਼ਾਇਰੀ ਵੀ ਕੀਤੀ ਔਰ ਬੜਾ ਉਹਨਾਂ ਦਾ ਨਾਮ ਹੈ ਔਰ ਲੋਕ ਨੂੰ ਸਾਰੇ ਜਾਣਦੇ। ਜਮੀਲ ਪਾਲ ਤੋਂ ਸਾਰੇ ਵਾਕਫ ਨੇ ਲੋਕ। ਉਹਨਾਂ ਦੀ ਇੱਕ ਡਿਕਸ਼ਨਰੀ ਆਈ ਸੀ ਲੁਗਤ, ਜਿਸ ਨੂੰ ਪੰਜਾਬੀ ਕਲਾਸਿਕੀ ਲੁਗਤ ਕਹਿੰਦੇ ਨੇ। ਮੈਂ ਦੋਸਤਾਂ ਦੇ ਸਾਹਮਣੇ ਪੇਸ਼ ਕਰ ਰਿਹਾ ਤਾਂ ਕਿ ਉਹ ਵੇਖ ਸਕਣ। ਪੰਜਾਬੀ ਕਲਾਸਿਕਲ ਲੁਗਤ ਦੇ ਵਿੱਚ ਵੀ ਜਮੀਲ ਪਾਲ ਹੋਰਾਂ ਐਵੇਂ ਅਲਫ ਇਹ ਵਾਹ ਇਹ ਨੂਨ ਗੁੰਨਾ ਨਾਲ ਹੀ ਲਿਖਿਆ। ਅਤੇ ਅਸੀਂ ਇਹ ਜਿਹੜਾ ਲੁਗਤ ਹੈ ਇਸ ਤੋਂ ਇੱਕ ਅਰਸਾ ਹੋਇਆ ਫਾਇਦਾ ਉਠਾਉਂਦੇ ਪਏ ਹਾਂ ਔਰ ਬਹੁਤ ਸਾਰੇ ਸਾਨੂੰ ਅੱਖਰ ਜਿਹੜੇ ਨੇ ਇਸ ਤੋਂ ਮਿਲਦੇ ਨੇ ਔਰ ਅਸੀਂ ਲਿਖਣ ਦੀ ਜਾਚ ਜਿਹੜੀ ਉਹ ਇੱਥੋਂ ਹੀ ਥੋੜ੍ਹੀ ਬਹੁਤ ਸਿੱਖ ਰਹੇ ਹਾਂ। ਅੱਛਾ ਖੈਰ ਇਹ ਗੱਲ ਤਾਂ ਹੋਈ, ਇਸ ਕੋਈ ਮੈਂ ਤਨਕੀਦ ਨਹੀਂ ਕਰ ਰਹੀ ਆ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਵੇਖੋ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੋਈ ਮਿਸਾਲ ਹੋਣੀ ਬਹੁਤ ਜ਼ਰੂਰੀ ਹੈ। ਅਹਿਮਦ ਲਤੀਫ ਸਾਹਿਬ ਦੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਵੇਂ ਬਹੁਤ ਸਾਰੇ ਲੋਕਾਂ ਅਲਫ ਇਹ ਨੂਨ ਵਾਹ ਇਹ ਨੂਨ ਗੁੰਨਾ ਨਾਲ ਵੀ ਲਿਖਿਆ। ਮਗਰ ਜਦੋਂ ਅਸੀਂ ਗ੍ਰਾਮਰ ਦੀ ਗੱਲ ਕਰਦੇ ਹਾਂ ਜਾਂ ਡਿਕਸ਼ਨਰੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਦਾ ਫੇਲ ਫਾਇਲ ਮਫਊਲ ਅਤੇ ਫਿਰ ਉਹਦੇ ਉੱਤੇ ਜਿਹੜੀ ਜ਼ੇਰ ਜ਼ਬਰ ਪੇਸ਼ ਲੱਗਦੀ ਹੈ ਉਹਦੇ ਬਾਰੇ ਉੱਤੇ ਵੀ ਗੱਲ ਕਰਨੀ ਪੈਂਦੀ ਹੈ। ਫਿਰ ਸਾਨੂੰ ਜਿਹੜੇ ਲਹਿਜੇ ਹੁੰਦੇ ਨੇ ਉਸ ਜ਼ੁਬਾਨ ਦੇ ਉਹਨਾਂ ਬਾਰੇ ਵੀ ਗੱਲ ਕਰਨੀ ਪੈਂਦੀ ਹੈ। ਫਿਰ ਇਹ ਵੀ ਵੇਖਣਾ ਪੈਂਦਾ ਹੈ ਕਿ ਉਹ ਜਿਸ ਇਲਾਕੇ 'ਚ ਬੋਲੀ ਜਾਂਦੀ ਹੈ ਉਹਦਾ ਆਪਣਾ ਸੁਭਾਅ ਕੀ ਹੈ, ਉੱਥੇ ਉਹ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ। ਅੱਖਰ ਲਹਿੰਦੀ ਦੇ ਵਿੱਚ ਕਈ ਅੱਖਰ ਇਸ ਤਰ੍ਹਾਂ ਦੇ ਨੇ ਜਿਹੜੇ ਵਰਤੇ ਜਾਂਦੇ ਨੇ ਜਿਹੜੇ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਉਹ ਉਹਨਾਂ ਵਾਸਤੇ ਓਪਰੇ ਹੋ ਜਾਂਦੇ ਨੇ। ਈਵਨ ਉੱਥੇ ਦੇ ਜਿਹੜੇ ਕਈ ਅੱਖਰ ਨੂੰ ਉਹ ਅਗਰ ਇੱਥੇ ਬੋਲੇ ਜਾਣ ਸਾਡੇ ਪਿੰਡੀ 'ਚ ਆ ਕੇ ਜਾਂ ਅਟਕ 'ਚ ਆ ਕੇ ਜਾਂ ਈਵਨ ਇਹ ਜਿਹੜਾ ਨਾਲ ਦਾ ਜਿੰਨਾ ਵੀ ਏਰੀਆ ਪੈਂਦਾ ਉਹ ਬਿਲਕੁਲ ਓਪਰੇ ਲਫ਼ਜ਼ ਹੋਣਗੇ। ਅਤੇ ਇੱਥੇ ਦੇ ਕਈ ਜਿਹੜੇ ਅੱਖਰ ਨੂੰ ਅਗਰ ਉੱਥੇ ਜਾ ਕੇ ਬੋਲੇ ਜਾਣ ਤਾਂ ਉਹਨਾਂ ਵਾਸਤੇ ਬਿਲਕੁਲ ਹੀ ਮੁਸ਼ਕਿਲ ਹੋਏਗਾ। ਲਿਹਾਜ਼ਾ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਐਡਾ ਜਜ਼ਬਾਤੀ ਨਹੀਂ ਹੋਣਾ ਚਾਹੀਦਾ ਔਰ ਉਹ ਵੀ ਫੇਸਬੁੱਕ 'ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਫੇਸਬੁੱਕ ਕੋਈ ਮੈਂ ਸਮਝਦਾ ਨਹੀਂ ਕਿ ਇਤਨਾ ਸੰਜੀਦਾ ਫੋਰਮ ਹੈ ਜਿਹਦੇ ਉੱਤੇ ਗੱਲ ਕੀਤੀ ਜਾਏ। ਉਹ ਤਾਂ ਬਿਲਕੁਲ ਇਸੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਿਸੇ ਦੀਆਂ ਕੋਈ ਤਸਵੀਰਾਂ ਲਾ ਦਿਓ, ਕੋਈ ਸ਼ੇਰ ਲਾ ਦਿਓ, ਕੋਈ ਹੋਰ ਚੀਜ਼ਾਂ ਲਾ ਦਿਓ ਜਾਂ ਇਤਲਾਹ ਦੇ ਦਿਓ ਫਲਾਣਾ ਮਰ ਗਿਆ ਅਤੇ ਫਲਾਣਾ ਜੀ ਪਿਆ। ਖੈਰ ਦੋਸਤੋ ਤੁਹਾਨੂੰ ਪਤਾ ਨਹੀਂ ਕੀ ਬਣਾਇਆ ਹੈ, ਉਹ ਤਾਂ ਖੈਰ ਗੱਲ ਇੱਕ ਅਲੱਗ ਹੈ, ਉਸ 'ਤੇ ਅਸੀਂ ਨਹੀਂ ਕਰਦੇ। ਮਗਰ ਉੱਥੇ ਬਹੁਤ ਅੱਛੀਆਂ ਚੀਜ਼ਾਂ ਵੀ ਸਾਨੂੰ ਪੜ੍ਹਨ ਨੂੰ ਮਿਲ ਜਾਂਦੀਆਂ ਨੇ ਕਿਉਂਕਿ ਫਾਲਤੂ ਚੀਜ਼ਾਂ ਫਜ਼ੂਲ ਚੀਜ਼ਾਂ ਕਈ ਲੋਕ ਆਪਣੇ ਸਫ਼ਰ 'ਤੇ ਨਾ ਲਾਣ ਦਿੰਦੇ ਨੇ ਅਤੇ ਨਾ ਲਾਉਣ ਦੇਣ ਅਤੇ ਉਹਨਾਂ ਦਾ ਵੀ ਆਪਣਾ ਮਿਜ਼ਾਜ। ਮੈਂ ਆਖਰ 'ਤੇ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਸਾਡੀ ਇੱਕ ਉਰਦੂ ਪੰਜਾਬੀ ਲੁਗਤ ਆਈ ਸੀ ਜਿਹਦੇ ਮੁਅੱਲਫ ਸਨ ਮੁਅੱਲਫਾ ਅਰਸ਼ਾਦ ਅਹਿਮਦ ਪੰਜਾਬੀ। ਬਹੁਤ ਵੱਡਾ ਨਾਮ ਪੰਜਾਬੀ ਦਾ ਹੈ, ਤੁਹਾਡੇ ਸਾਹਮਣੇ ਦੋਸਤਾਂ ਸਾਹਮਣੇ ਵੀ ਮੈਂ ਪੇਸ਼ ਕਰਦਾ। ਇਹਦੇ 'ਤੇ ਨਜ਼ਰਸਾਨੀ ਜਿਹੜੀ ਕੀਤੀ ਸੀ ਇਹ ਮੁਮਤਾਜ਼ ਮੁਫਤੀ ਅਤੇ ਅਬਦੁਲ ਮਜੀਦ ਭੱਟੀ ਹੋਰਾਂ ਕੀਤੀ ਸੀ ਔਰ ਇਹ ਬਹੁਤ ਵੱਡੀ ਡਿਕਸ਼ਨਰੀ ਔਰ ਬਹੁਤ ਬਿਹਤਰੀਨ ਡਿਕਸ਼ਨਰੀ ਜਿਹੜੀ ਆਪਣੇ ਉਸ ਦੌਰ 'ਚ ਛਪੀ ਸੀ ਔਰ ਬੜਾ ਇਹਦਾ ਫਾਇਦਾ ਹੋਇਆ ਸੀ ਲੋਕਾਂ ਨੂੰ। ਚੂੰਕਿ ਉਰਦੂ ਤੋਂ ਪੰਜਾਬੀ ਲੁਗਤ ਇਸ ਵਾਸਤੇ ਕਰਕੇ ਇਹਦਾ ਪਹਿਲੇ ਲਫ਼ਜ਼ ਜਿਹੜਾ ਹੈ ਉਰਦੂ 'ਚ ਆਉਂਦਾ ਹੈ। ਐਵੇਂ ਨੂੰ ਜੇ ਅਸੀਂ ਕਹਾਂਗੇ ਕਿ ਯੂੰ ਹੀ ਕਹਾਂਗੇ ਜਾਂ ਸਿਰਫ ਯੂੰ ਕਹਾਂਗੇ ਉਹਦਾ ਮਤਲਬ ਐਵੇਂ। ਉਹਦੇ ਉੱਤੇ ਅਸੀਂ ਜਦੋਂ ਜਾਂਦੇ ਹਾਂ ਅਤੇ ਉਹਦੇ ਜਿਹੜੇ ਉਸ ਅੱਖਰ ਦੇ ਜਿਹੜਾ ਮਤਲਬ ਜਾਂ ਮੈਨੇ ਉਹ ਇਹਨਾਂ ਅਰਸ਼ਾਦ ਅਹਿਮਦ ਪੰਜਾਬੀ ਹੋਰਾਂ ਜਿਹੜੇ ਲਿਖੇ ਨੇ ਉਹ ਵੀ ਇਵੇਂ ਲਿਖੇ ਨੇ ਔਰ ਅਲਿਫ ਥੱਲੇ ਜ਼ੇਰ ਪਾ ਕੇ ਵਾਹ ਇਹ ਨੂਨ ਗਨਾ ਇੱਕ ਤਾਂ ਇਹ ਲਿਖਿਆ, ਦੂਸਰਾ ਨਾਲ ਐਵੇਂ ਲਿਖਿਆ ਅਲਿਫ ਇਹ ਵਾਹ ਇਹ ਨੂਨ ਗਨਾ ਜਿਸ ਤਰ੍ਹਾਂ ਅਸਾਂ ਲਿਖਿਆ ਸੀ। ਅੱਗੇ ਹੋਰ ਉਂਝ ਅਤੇ ਹੋਰ ਬਹੁਤ ਸਾਰੇ ਮੈਨੇ ਉਹਨਾਂ ਲਿਖੇ ਨੇ ਉੱਥੇ ਅਸੀਂ
ਉੱਥੇ ਉਸ ਵੱਲ ਨਹੀਂ ਜਾਂਦੇ, ਬਹੁਤ ਲੰਬੀ ਤਫਸੀਲ ਹੈ। ਮਗਰ ਆਖਣ ਦਾ ਮਕਸਦ ਇਹ ਹੈ ਕਿ ਕੁਝ ਅੱਖਰ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਵਾਕਈ ਇਸ ਤਰ੍ਹਾਂ ਦਾ ਕਜ਼ੀਆ ਹੁੰਦਾ ਹੈ ਕਿ ਸਮਝ ਨਹੀਂ ਸਕਦੇ ਲੋਕ ਕਿ ਉਹਨਾਂ ਨੂੰ ਕਿਸ ਤਰ੍ਹਾਂ ਲਿਖਿਆ ਜਾਏ, ਔਰ ਬਹੁਤ ਸਾਰੇ ਅਸੀਂ ਖੁਦ ਬੜੀਆਂ ਗਲਤੀਆਂ ਕਰਦੇ ਹਾਂ, ਔਰ ਉਹਨਾਂ ਗਲਤੀਆਂ ਕੋਲੋਂ ਫਿਰ ਸਿੱਖਦੇ ਵੀ ਹਾਂ ਜਦੋਂ ਦੋਸਤ ਸਾਨੂੰ ਦੱਸਦੇ ਨੇ ਜਾਂ ਕਰਦੇ ਨੇ। ਕੋਈ ਵੀ ਬੰਦਾ ਕਦੇ ਮੁਕੰਮਲ ਨਹੀਂ ਹੁੰਦਾ। ਲਿਹਾਜ਼ਾ ਮੇਰੀ ਦੋਸਤ ਜਿਹੜੇ ਸਾਡੇ ਜਿੰਨੇ ਵੀ ਦੋਸਤ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨਾਲ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਨੂੰ ਉਸ ਨੂੰ ਕੋਈ ਫਾਇਦਾ ਤਾਂ ਨਹੀਂ ਹੋਏਗਾ, ਹਾਂ ਨੁਕਸਾਨ ਜ਼ਰੂਰ ਹੋਏਗਾ ਕਿ ਜਿਹੜੇ ਸਾਡੇ ਨਵੇਂ ਲਿਖਣ ਪੜ੍ਹਨ ਵਾਲੇ ਬੰਦੇ ਨੇ ਉਹ ਐਵੇਂ ਤੇ ਉਵਾਂ ਦੇ ਚੱਕਰ ਦੇ ਵਿੱਚ ਲੱਗੇ ਰਹਿਣਗੇ, ਲਿਖਣਗੇ ਕੁਝ ਵੀ ਨਹੀਂ। ਸਾਨੂੰ ਲਿਖਣਾ ਚਾਹੀਦਾ, ਲਿਖਣ ਦੀ ਜ਼ਿਆਦਾ ਜ਼ਰੂਰਤ ਹੈ, ਔਰ ਉਸ ਲਿਖਣ ਦੇ ਵਿੱਚ ਨਸਰ ਦੀ ਹੋਰ ਜ਼ਿਆਦਾ ਜ਼ਰੂਰਤ ਹੈ। ਇਹਨਾਂ ਚੀਜ਼ਾਂ ਉੱਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ, ਮਗਰ ਗੱਲਬਾਤ ਕਰਨ ਤੋਂ ਪਹਿਲੇ ਥੋੜ੍ਹਾ ਸਾਡੇ ਕੋਲ ਇਹ ਵੀ ਹੋਣਾ ਚਾਹੀਦਾ ਕਿ ਉਹਦੀ ਕੁਝ ਦੋ ਚਾਰ ਮਿਸਾਲਾਂ ਦੇ ਆਦਮੀ ਤੇ ਅੱਛਾ ਹੁੰਦਾ ਹੈ। ਮੈਂ ਅੱਜ ਇਹ ਗੱਲ ਕਰਨਾ ਚਾਹੁੰਦਾ ਸੀ, ਆਇੰਦਾ ਵੀ ਅਸੀਂ ਹੁਣ ਇਹਦੀ ਇੱਕ ਬੜੀ ਅੱਛੀ ਗੱਲ ਹੋਈ ਕਿ ਜਿਹੜੀ ਅਹਿਮਦ ਲਤੀਫ ਸਾਹਿਬ ਹੋਰਾਂ ਕੀਤੀ। ਅਸੀਂ ਹੁਣ ਹੋਰ ਅੱਖਰਾਂ ਦੇ ਬਾਰੇ 'ਚ ਵੀ ਗੱਲ ਕਰਾਂਗੇ ਜਿਹੜੇ ਬੜੇ ਮੁਖਤਲਿਫ ਜ਼ਬਾਨਾਂ 'ਚੋਂ ਸਾਡੇ ਪਾਸੇ ਖਾਸ ਕਰ ਲਹਿੰਦੀ ਵੱਲ ਕਈ ਅੱਖਰ ਇਸ ਤਰ੍ਹਾਂ ਦੇ ਨੇ ਜਿਹੜੇ ਹਾਣੀ ਸੰਸਕ੍ਰਿਤ ਦੇ ਔਰ ਪਾਲੀ ਜ਼ੁਬਾਨ ਦੇ। ਅਸੀਂ ਨਹੀਂ ਕਹਿ ਸਕਦੇ ਕਿ ਸੰਸਕ੍ਰਿਤ ਦੇ ਤੇ ਪਾਲੀ ਦੀ ਜ਼ੁਬਾਨ ਨੂੰ ਉਸ ਜਿਸ ਇਲਾਕੇ 'ਚ ਬੋਲੇ ਜਾਂਦੇ ਨੇ ਉਹ ਆਪਣੀ ਉਹਦੀ ਜ਼ੁਬਾਨ ਵੀ ਹੋ ਸਕਦੀ ਹੈ, ਔਰ ਸੰਸਕ੍ਰਿਤ ਔਰ ਪਾਲੀ ਦੀ ਵੀ ਹੋ ਸਕਦੇ ਨੇ। ਜਿਹੜਾ ਸਾਡਾ ਸਿਲਸਿਲਾ ਮਰਦਾਨ ਤੋਂ ਸ਼ੁਰੂ ਹੋ ਕੇ ਟੈਕਸਲਾ ਤੱਕ ਆਉਂਦਾ ਹੈ, ਉਹਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਚੀਜ਼ਾਂ ਜਾਂ ਉੱਥੇ ਇੱਕ ਬਹੁਤ ਵੱਡੇ ਗ੍ਰਾਮੇਰੀਅਨ ਜਿਹੜਾ ਸੀ ਉਹਨੇ ਜੋ ਕੁਝ ਕੀਤਾ ਹੈ ਉਸ ਵੱਲ ਵੀ ਸਾਨੂੰ ਧਿਆਨ ਦੇਣਾ ਪਵੇਗਾ, ਔਰ ਸਾਨੂੰ ਉਹ ਜਿਹੜੇ